प्रोग्राम ਦੇ ਵਿੱਚ ਫਿਰ ਮੈਂ ਜਿਸ ਤਰ੍ਹਾਂ ਅਨਾਉਂਸ ਕੀਤਾ ਸੀ ਕਿ ਅਸੀਂ ਗੱਲਬਾਤ ਕਰਾਂਗੇ ਨਵਦੀਪ ਬੈਂਸ ਹੋਰਾਂ ਦੇ ਨਾਲ। ਪਰਸੋਂ ਸ਼ਾਮ ਨੂੰ ਜਦੋਂ ਇਹ ਖਬਰ ਆਈ ਸੀ ਕਿ ਨਵਦੀਪ ਹੋਰੀ ਕੱਲ੍ਹ ਜਿਹੜੀ ਰੀਸ਼ਫਲ ਹੋਣ ਜਾ ਰਹੀ ਹੈ ਕੈਬਨਿਟ ਦੀ, ਉਹਦੇ ਵਿੱਚ ਨਹੀਂ ਹੋਣਗੇ। ਉਹਨਾਂ ਦੀ ਥਾਂ ਦੇ ਉੱਤੇ ਫਰੈਂਕੋਆ, ਜਿਹੜੇ ਫਿਲਿਪ ਫਰੈਂਕੋਆ ਸਾਡੇ ਸ਼ੈਂਪੇਨ ਮਿਨਿਸਟਰ ਨੇ, ਜਿਹੜੇ ਸੀ ਹੁਣ ਤੇ ਮੈਂ ਕਹਾਂਗਾ ਮਿਨਿਸਟਰ ਆਫ ਫੋਰਨ ਅਫੇਅਰਸ, ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਜਾਏਗੀ ਇਹਨਾਂ ਦੀ ਥਾਂ ਦੇ ਉੱਤੇ। ਮਾਰਕ ਗਾਰਨੋ ਮਿਨਿਸਟਰ ਆਫ ਟਰਾਂਸਪੋਰਟ ਜਿਹੜੇ ਆ ਉਹਨਾਂ ਨੂੰ ਮਿਨਿਸਟਰ ਆਫ ਫੋਰਨ ਅਫੇਅਰ ਬਣਾਇਆ ਜਾਏਗਾ। ਉਮਰ ਅਲ ਗਬਰਾ ਜਿਨ੍ਹਾਂ ਨੂੰ ਬਣਾਇਆ ਗਿਆ ਨਵਾਂ ਟਰਾਂਸਪੋਰਟ ਮਿਨਿਸਟਰ। ਤੇ ਗੱਲ ਯਕੀਨ ਤੋਂ ਬਾਹਰ ਸੀ ਔਰ ਉਸ ਤੋਂ ਬਾਅਦ ਫਿਰ ਨਵਦੀਪ ਹੋਰਾਂ ਦਾ ਰਿਜ਼ਾਈਨ ਆਇਆ ਤੇ ਉਸ ਤੋਂ ਬਾਅਦ ਫਿਰ ਸ਼ੁਰੂ ਹੋ ਗਿਆ ਅਟਕਲਾਂ ਦਾ ਦੌਰ। ਤੁਹਾਡੀਆਂ ਲੇਟ ਨਾਈਟ 1-1:30 ਵਜੇ ਤੱਕ ਮੈਨੂੰ ਫੋਨ ਕਾਲਸ ਆਉਂਦੀਆਂ ਰਹੀਆਂ ਕਿ ਦੱਸੋ ਜੀ ਕੀ ਕਾਰਨ ਹੈ, ਦੱਸੋ ਜੀ ਕੀ ਕਾਰਨ ਹੈ। ਪਰ ਰਾਤ ਕੋਈ ਉਹ ਟਾਈਮ ਨਹੀਂ ਸੀ ਗੱਲ ਪਤਾ ਕਰਨ ਦਾ। ਕੋਸ਼ਿਸ਼ ਕੀਤੀ, ਜਿੰਨੀ ਕੁ ਜਾਣਕਾਰੀ ਮਿਲੀ ਉੱਥੋਂ ਇੰਨਾ ਹੀ ਪਤਾ ਲੱਗਾ ਕਿ ਆਪਣੇ ਪਰਿਵਾਰਕ ਕਾਰਨਾਂ ਕਰਕੇ ਨਵਦੀਪ ਹੋਰਾਂ ਨੇ ਇਹ ਮਨ ਬਣਾਇਆ ਹੈ। ਫਿਰ ਵੀ ਬਹੁਤੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਸੀ ਹੋ ਰਿਹਾ। ਕੱਲ੍ਹ ਨਵਦੀਪ ਹੋਰਾਂ ਦੀ ਵੀਡੀਓ ਵੀ ਆ ਗਈ, ਤੁਹਾਨੂੰ ਅਸੀਂ ਵੀਡੀਓ ਸੁਣਾਈ ਵੀ ਕੱਲ੍ਹ ਪ੍ਰੋਗਰਾਮ ਦੇ ਵਿੱਚ, ਜੋ ਇਹਨਾਂ ਨੇ ਕੱਲ੍ਹ ਆਪ ਖੁਦ ਦੱਸਿਆ ਕਿ ਕਿਉਂ ਇਹ ਨਾ ਸਿਰਫ ਕੈਬਨਿਟ ਤੋਂ ਰੁਖਸਤ ਹੋ ਰਹੇ ਆ ਬਲਕਿ ਆਉਣ ਵਾਲੇ ਸਮੇਂ 'ਚ ਪੋਲਿਟਿਕਸ ਨੂੰ ਹੀ ਅਲਵਿਦਾ ਕਹਿ ਰਹੇ ਆ। ਉਹ ਸਮਾਂ ਅਜੇ ਮਹਿਜ਼ 43 ਸਾਲ ਦੇ ਨੇ ਨਵਦੀਪ ਹੋਰੀ। ਬਹੁਤੇ ਲੋਕੀ ਜਦੋਂ 43 ਸਾਲ ਦੀ ਉਮਰ 'ਚ ਰਾਜਨੀਤਿਕ ਕੈਰੀਅਰ ਸ਼ੁਰੂ ਕਰਦੇ ਆ, ਨਵਦੀਪ ਹੋਰਾਂ ਨੇ ਰਾਜਨੀਤੀ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ। ਤੋ ਨਿਸ਼ਚਿਤ ਹੈ, ਸੰਭਾਵਿਤ ਹੈ ਕਿ ਹਰ ਵਿਅਕਤੀ ਦੇ ਮਨ ਵਿੱਚ ਇਸ ਲਈ ਸਵਾਲ ਹੈ ਕਿ ਐਸਾ ਕੀ ਕਾਰਨ ਹੈ ਕਿ ਨਵਦੀਪ ਹੋਰਾਂ ਨੂੰ ਇੰਨਾ ਵੱਡਾ ਇਹ ਫੈਸਲਾ ਲੈਣਾ ਪਿਆ। ਤੋ ਬਹੁਤ ਅੱਛਾ ਲੱਗ ਰਿਹਾ ਕਿ ਨਵਦੀਪ ਹੋਰਾਂ ਨੇ ਖੁਦ ਇਨੀਸ਼ੀਏਟਿਵ ਲਿਆ ਹੈ ਔਰ ਉਹ ਆਏ ਹੈ ਖੁਦ ਰੇਡੀਓ ਦੇ ਉੱਤੇ ਦੱਸਣ ਵਾਸਤੇ, ਸਾਰੀ ਗੱਲਾਂ ਨੂੰ ਸਾਫ਼ ਕਰਨ ਵਾਸਤੇ ਕਿ ਕਿਉਂ ਉਹਨਾਂ ਨੇ ਇਹ ਮਨ ਬਣਾਇਆ ਹੈ। ਤਾਂ 2004 ਤੋਂ ਨਵਦੀਪ ਹੋਰਾਂ ਦੀ ਸ਼ੁਰੂਆਤ ਹੋਈ, ਆਪਾਂ ਸਾਰੇ ਜਾਣਦੇ ਹਾਂ। ਔਰ ਉਸ ਤੋਂ ਬਾਅਦ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ ਇਹਨਾਂ ਨੇ। ਇੱਕ ਤੋਂ ਬਾਅਦ ਇਲੈਕਸ਼ਨ ਵੀ ਜਿੱਤਦੇ ਰਹੇ ਔਰ ਵੱਡੀਆਂ ਵੱਡੀਆਂ ਪੋਜੀਸ਼ਨਾਂ 'ਤੇ ਵੀ ਰਹੇ। ਔਰ ਇਹਦੇ 'ਚ ਮੈਨੂੰ ਕਹਿਣ 'ਚ ਕੋਈ ਕਿਸੇ ਤਰ੍ਹਾਂ ਦੀ ਝਿਜਕ ਨਹੀਂ ਕਿ ਜੇ ਟੌਪ ਦੇ ਜਿਹੜੇ 5 ਮੰਤਰੀ ਨੇ ਇਸ ਵੇਲੇ ਕੈਬਨਿਟ ਦੇ ਵਿੱਚ, ਉਹਨਾਂ ਦੇ ਵਿੱਚੋਂ ਨਵਦੀਪ ਹੋਰੀ ਇੱਕ ਸੀ। ਹੀ ਵਾਸ ਸੋ ਐਂਡ ਹੀ ਸਟਿਲ ਸੋ ਕਲੋਜ਼ ਟੂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ। ਔਰ ਬਹੁਤ ਸਾਰੇ ਅਹਿਮ ਫੈਸਲਿਆਂ ਦੇ ਵਿੱਚ ਇਹਨਾਂ ਦਾ ਨਾਲ ਰੋਲ ਹੁੰਦਾ ਸੀ। ਔਰ ਵੱਖੋ ਵੱਖਰੀਆਂ ਮੈਗਜ਼ੀਨਸ ਨੇ, ਮੀਡੀਆ ਨੇ ਇਹਨਾਂ ਨੂੰ ਕਈ ਨਾਮ ਦਿੱਤੇ। ਇਹਨਾਂ ਨੂੰ ਤੁਹਾਨੂੰ ਯਾਦ ਹੋਏਗਾ ਕੁਝ ਸਾਲ ਪਹਿਲਾਂ ਮਿਨਿਸਟਰ ਆਫ ਐਵਰੀਥਿੰਗ ਵੀ ਕਿਹਾ ਗਿਆ। ਔਰ ਟੌਪ 50 ਜਿਹੜੇ ਮੋਸਟ ਇਨਫਲੂਐਂਸ਼ੀਅਲ ਪੋਲੀਟੀਸ਼ੀਅਨ ਹੈ ਜਾਂ ਵਿਅਕਤੀ ਹੈ ਸਾਡੇ ਇਸ ਮੁਲਕ ਦੇ ਗਲੋਬਲ ਮੇਲ ਨੇ, ਉਹਨਾਂ 'ਚ ਵੀ ਇਹਨਾਂ ਨੂੰ ਸ਼ਾਮਿਲ ਕੀਤਾ। ਤੋ ਇਸ ਵੇਲੇ ਆਪਣੀ ਕਮਿਊਨਿਟੀ ਨਹੀਂ ਬਲਕਿ ਇੰਟਰਨੈਸ਼ਨਲ ਲੈਵਲ 'ਤੇ ਵੀ ਮੈਂ ਕਹਾਂਗਾ ਨਵਦੀਪ ਹੋਰਾਂ ਨੇ ਆਪਣਾ ਇੱਕ ਨਾਮ ਬਣਾਇਆ ਸੀ। ਇੱਕ ਕੈਬਨਿਟ ਮੇਕਰ ਦੇ ਇਹ ਬੇਟੇ ਨੇ ਔਰ ਕੈਬਨਿਟ ਤੱਕ ਪਹੁੰਚੇ ਹੈ। ਕਿਸੇ ਵੀ ਇਮੀਗ੍ਰੈਂਟ ਦਾ ਇਹ ਡ੍ਰੀਮ ਹੋ ਸਕਦਾ ਹੈ ਕਿ ਉਹ ਇਸ ਹਾਈਐਸਟ ਪੋਜੀਸ਼ਨ ਤੱਕ ਪਹੁੰਚੇ, ਲੇਕਿਨ ਉਸ ਪੋਜੀਸ਼ਨ 'ਤੇ ਪਹੁੰਚ ਕੇ ਜਦੋਂ ਤੁਸੀਂ ਬੜੇ ਸਕਸੈਸਫੁਲੀ ਆਪਣਾ ਸਾਰਾ ਕੰਮ ਕਰ ਰਹੇ ਹੋਵੋ, ਔਰ ਉਹ ਇਸ ਵੇਲੇ ਖਾਸ ਤੌਰ ਦੇ ਉੱਤੇ ਜਦੋਂ ਇਲੈਕਸ਼ਨ ਸਿਰ 'ਤੇ ਅਜੇ ਨਹੀਂ, ਕਿਉਂਕਿ ਅਰਲੀਐਸਟ ਵੀ ਇਲੈਕਸ਼ਨ ਜਿਹੜੇ ਹੈ ਜੀ ਉਹ ਮਈ ਤੋਂ ਪਹਿਲਾਂ ਨਹੀਂ ਲੱਗੇ ਹੋਣ। ਇਲੈਕਸ਼ਨ ਇਸ ਵੇਲੇ ਸਿਰ 'ਤੇ ਨਹੀਂ ਹੈ, ਕੋਈ ਹੋਰ ਕਾਰਨ ਨਹੀਂ ਹੈ। ਬੜੇ ਸਫਲਤਾ ਦੇ ਨਾਲ ਸਰਕਾਰ ਚੱਲ ਰਹੀ ਹੈ, ਕੋਵਿਡ ਦਾ ਟਾਈਮ ਹੈ ਔਰ ਬੜਾ ਇਸ ਵੇਲੇ ਇਹ ਔਖਾ ਸਮਾਂ ਹੈ। ਔਰ ਐਸੇ ਸਮੇਂ ਜਦੋਂ ਕਿ ਮੈਂ ਮਹਿਸੂਸ ਕਰ ਰਿਹਾ ਕਿ ਲਿਬਰਲ ਪਾਰਟੀ ਵੀ ਅੱਛਾ ਪਰਫਾਰਮ ਕਰ ਰਹੀ ਹੈ, ਗਵਰਨਮੈਂਟ ਵੀ ਕਰ ਰਹੀ ਹੈ, ਔਰ ਜੇ ਇਲੈਕਸ਼ਨ ਹੁੰਦੇ ਹੈ ਤੇ ਲਿਬਰਲ ਪਾਰਟੀ ਕਿਹਾ ਜਾ ਰਿਹਾ ਹੈ ਸਰਵੇਜ਼ ਦੇ ਵਿੱਚ ਕਿ ਬੜੀ ਅੱਛੀ ਪੋਜੀਸ਼ਨ 'ਚ ਹੈ। ਤੇ ਫਿਰ ਕੀ ਕਾਰਨ ਹੈ ਕਿ ਨਵਦੀਪ ਹੋਰਾਂ ਨੇ ਇਹ ਇੰਨਾ ਵੱਡਾ ਫੈਸਲਾ ਲਿਆ ਔਰ ਉਹ ਵੀ ਚੜ੍ਹਦੇ ਸਾਲ ਦੇ ਵਿੱਚ ਸਾਨੂੰ ਇਹ ਖਬਰ ਇਹਨਾਂ ਦੀ ਮਿਲੀ ਹੈ। ਤੇ ਬਹੁਤ ਅੱਛਾ ਹੋਏਗਾ ਕਿ ਅਸੀਂ ਇਹਨਾਂ ਨਾਲ ਤੁਹਾਨੂੰ ਗੱਲਬਾਤ ਦੇ ਵਿੱਚ ਸਾਰੀ ਜਾਣਕਾਰੀ ਲੈ ਕੇ ਦਈਏ। ਨਵਦੀਪ, ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਤੁਹਾਡਾ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵੀਰ ਜੀ, ਤੁਹਾਡਾ ਤੇ ਸਾਰੇ ਪ੍ਰਵਾਸੀ ਪ੍ਰੋਗਰਾਮ ਦੇ ਲਿਸਨਰ ਨੂੰ ਜੀ। ਬੜਾ ਵੱਡਾ ਤੁਸੀਂ ਇੱਕ ਝਟਕਾ ਦਿੱਤਾ ਹੈ ਕਮਿਊਨਿਟੀ ਨੂੰ, ਮੁਲਕ ਨੂੰ, ਔਰ ਅਸੀਂ ਮਹਿਸੂਸ ਕਰਦੇ ਹਾਂ ਜੋ ਤੁਸੀਂ ਕਿਹਾ ਹੈ ਕਿ ਫੈਮਿਲੀ। ਮੈਨੂੰ ਯਾਦ ਹੈ ਮੈਂ ਅੱਜ ਤੋਂ ਆਫਿਸ 'ਚ ਹੁਣੇ ਆਇਆ ਸਟੂਡੀਓ ਵਿੱਚ, ਤੇ ਬਾਹਰ ਅਸੀਂ ਕੁਝ ਤਸਵੀਰਾਂ ਲਗਾਈਆਂ ਹੋਈਆਂ ਤੇ ਤੁਹਾਡੀ ਬੇਟੀ ਨਾਨਕੀ ਔਰ ਛੋਟੀ ਕਿਰਪਾ, ਨਾਂ ਵੀ ਬੜੇ ਖੈਰ ਤੁਸੀਂ ਪਿਆਰੇ ਰੱਖੇ ਆ। ਤੁਸੀਂ ਉਹਨਾਂ ਨੂੰ ਲੈ ਕੇ ਆਏ ਸੀ ਜਦੋਂ ਅਸੀਂ ਮੇਜਰ ਡੀਪੀ ਸਿੰਘ ਹੋਰਾਂ ਦਾ ਇੱਕ ਮੋਟੀਵੇਸ਼ਨਲ ਸਪੀਕਿੰਗ ਦਾ ਇੱਕ ਇਵੈਂਟ ਕਰਵਾਇਆ ਸੀ ਚਾਂਦਨੀ 'ਚ। ਉਹ ਮੈਂ ਦੋਨੋਂ ਬੱਚਿਆਂ ਦੀ ਤਸਵੀਰਾਂ ਵੀ ਦੇਖ ਰਿਹਾ ਸੀ। ਤੁਸੀਂ ਪਿਛਲੇ ਸਾਲ ਜੋ ਕਾਰਡ ਭੇਜਿਆ ਸੀ ਨਵੇਂ ਸਾਲ ਦੇ ਉੱਤੇ, ਉਹ ਦੋਨਾਂ ਨੇ ਤੁਹਾਨੂੰ ਦੋਨਾਂ ਜੀਆਂ ਨੂੰ, ਹਸਬੈਂਡ ਵਾਈਫ ਨੂੰ ਬੰਨਿਆ ਹੋਇਆ ਹੈ। ਤੁਹਾਡੇ ਚਾਰਾਂ ਦਾ ਕਾਰਡ ਹੈ ਜੀ ਵੀ ਮੇਰੇ ਆਫਿਸ 'ਚ ਪਿਆ ਹੋਇਆ, ਮੈਂ ਉਹ ਸੰਭਾਲ ਕੇ ਰੱਖਿਆ ਹੋਇਆ। ਇੰਨਾ ਖੂਬਸੂਰਤ ਤੁਹਾਡਾ ਉਹ ਕਾਰਡ ਹੈ, ਉਹ ਫੋਟੋ ਹੈ, ਉਹ ਮਨ ਕਰਦਾ ਰੱਖ ਲਈਏ ਸੰਭਾਲ ਕੇ। ਵੀ ਅੰਡਰਸਟੈਂਡ ਕਿ ਇਹ ਫੈਮਿਲੀ ਕਾਰਨ ਤੁਸੀਂ ਇਹ ਲਿਆ ਹੈ ਡਿਸੀਜ਼ਨ, ਪਰ ਫਿਰ ਵੀ ਮੈਂ ਚਾਹਾਂਗਾ ਕਿ ਅੱਜ ਆਪਾਂ ਇਹ ਖੁੱਲ੍ਹ ਕੇ ਗੱਲ ਕਰੀਏ ਤੇ ਖੁੱਲ੍ਹ ਕੇ ਦੱਸੋ ਸਾਨੂੰ ਜਾਣਕਾਰੀ।
ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਵੀਰ ਜੀ। ਸਭ ਤੋਂ ਪਹਿਲਾਂ ਮੈਂ ਐਕਚੁਅਲੀ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। 17 ਸਾਲ ਹੋ ਗਏ ਸਿਆਸਤ ਦੇ ਵਿੱਚ, ਐਂਡ ਇਹਦਾ ਕਾਰਨ ਇਸ ਕਰਕੇ ਕਿਉਂਕਿ ਲੋਕਾਂ ਨੇ ਬੜਾ ਸਾਥ ਦਿੱਤਾ। 2004 ਤੋਂ ਲਾ ਕੇ ਅੱਜ ਤੱਕ ਦਿਨ ਰਾਤ ਲੋਕਾਂ ਨੇ ਮਿਹਨਤ ਕੀਤੀ, ਮੇਰੇ ਲਈ ਮੈਨੂੰ ਮੌਕਾ ਦਿੱਤਾ ਆਪਣੇ ਭਾਈਚਾਰੇ ਦੀ ਸੇਵਾ ਕਰਨ ਲਈ, ਮੁਲਕ ਦੀ ਸੇਵਾ ਕਰਨ ਲਈ। ਸੋ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਐਂਡ that goes without saying ਕਿ ਇਹ ਸੌਖਾ ਡਿਸੀਜਨ ਨਹੀਂ ਸੀਗਾ। ਇਹ ਛੁੱਟੀਆਂ ਦੇ ਦੌਰਾਨ ਦੇ ਵਿੱਚ ਮੈਂ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਵਿਚਾਰ ਕੀਤੇ, ਆਪਣੀ ਵਾਈਫ ਦੇ ਨਾਲ, ਆਪਣੇ ਪਿਤਾ ਜੀ ਦੇ ਨਾਲ, ਆਪਣੀ ਬੇਟੀਆਂ ਦੇ ਨਾਲ। ਤਾਂ ਮੇਰਾ ਕਾਰਨ ਬੜਾ ਸਿੰਪਲ ਹੈ ਜੀ, ਜਿੱਦਾਂ ਤੁਸੀਂ ਜ਼ਿਕਰ ਕੀਤਾ ਆ। 2 ਬੇਟੀਆਂ ਮੇਰੇ ਕੋਲ, ਨਾਨਕੀ ਕੌਰ ਤੇ ਕਿਰਪਾ ਕੌਰ। ਨਾਨਕੀ 13 ਸਾਲਾਂ ਦੀ ਆ ਤੇ ਕਿਰਪਾ 10 ਸਾਲ ਦੀ ਆ। ਜਿੱਦਾਂ ਜਿੱਦਾਂ ਬੱਚੇ ਵੱਡੇ ਹੋ ਰਹੇ ਆ, ਉਹ ਸਮਝਦਾਰ ਹੋ ਰਹੇ ਆ, ਗੱਲਬਾਤ ਕਰਦੇ ਆ। ਉਹਨਾਂ ਨੇ ਬੈਠ ਕੇ ਮੈਨੂੰ ਕਿਹਾ ਛੁੱਟੀਆਂ ਤੇ ਕਿ ਪਿਤਾ ਜੀ ਕਿ ਤੁਸੀਂ ਬਰਥਡੇ ਵੀ ਮਿਸ ਕੀਤੇ, ਤੁਸੀਂ ਕਲਾਸ ਦੇ ਫੰਕਸ਼ਨ ਵੀ ਮਿਸ ਕੀਤੇ, ਐਂਡ ਆਉਣ ਵਾਲੇ ਸਮੇਂ 'ਚ ਜੇ ਤੁਸੀਂ ਸਿਆਸਤ 'ਚ ਰਹੇ ਆ, ਜਦੋਂ ਤੁਸੀਂ ਸਿਆਸਤ ਖਤਮ ਕਰੋਗੇ ਜਾਂ ਆਪਣੇ ਅਗਲੇ ਇਲੈਕਸ਼ਨ ਤੋਂ ਬਾਅਦ ਸੋਚੋਗੇ ਛੱਡਣ ਨੂੰ, ਵੱਡੀ ਮੇਰੀ ਲੜਕੀ ਨੇ ਕਿਹਾ ਕਿ ਮੋਸਟ ਲਾਈਕਲੀ ਆਈ ਵਿਲ ਬੀ ਆਫ ਟੂ ਯੂਨੀਵਰਸਿਟੀ। ਉਦੋਂ ਮੈਨੂੰ ਮਹਿਸੂਸ ਹੋਇਆ ਕਿ ਆ ਬੜਾ ਥੋੜਾ ਸਮਾਂ ਆ ਮੇਰੇ ਕੋਲ ਹੁਣ ਮੇਰੀ ਬੇਟੀਆਂ ਦੇ ਨਾਲ, ਕਿਉਂਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਆਪਣੇ ਕੰਮਾਂ ਕਾਰਾਂ 'ਚ, ਆਪਣੇ ਦੋਸਤ ਮਿੱਤਰਾਂ 'ਚ ਬਿਜ਼ੀ ਹੋ ਜਾਂਦੇ ਆ। ਸੋ ਵੈਰੀ ਪ੍ਰੈਸ਼ੀਅਸ ਟਾਈਮ ਹੈ, ਤਾਂ ਉਹਨਾਂ ਦੀ ਬਹੁਤ ਦੇਣ ਆ। 17 ਸਾਲ ਹੋ ਗਏ ਆ, ਬੱਚਿਆਂ ਨੇ ਬਹੁਤ ਕੁਝ ਸੈਕਰੀਫਾਈਸ ਕੀਤਾ, ਪਰਿਵਾਰ ਨੇ ਬਹੁਤ ਕੁਝ ਸੈਕਰੀਫਾਈਸ ਕੀਤਾ। ਸੋ ਮੈਂ ਮਹਿਸੂਸ ਕੀਤਾ ਕਿ ਫੈਮਿਲੀ ਆ ਇਹ ਬਹੁਤ ਬਹੁਤ ਹੀ ਜ਼ਰੂਰੀ ਹੈ ਮੇਰੀ ਲਾਈਫ 'ਚ। ਮੇਰੀ ਜਿਹੜੀ ਬੇਟੀਆਂ ਆ ਨਾਨਕੀ ਤੇ ਕਿਰਪਾ, ਮੈਂ ਇਹਨਾਂ ਨਾਲ ਹੋਰ ਸਮਾਂ ਬੀਤਣਾ ਚਾਹੁੰਦਾ ਹਾਂ ਕਿਉਂਕਿ ਔਖਾ ਆ। ਮੈਂ ਇਹਨਾਂ ਨੂੰ ਇੱਥੋਂ ਮਿਸਿਸਾਗਾ ਤੋਂ ਛੱਡ ਕੇ ਆਟੋ ਨਹੀਂ ਲੈ ਕੇ ਜਾ ਸਕਦਾ, ਕਿਉਂਕਿ ਇੱਥੇ ਸਾਡਾ ਪਰਿਵਾਰ ਆ, ਇੱਥੇ ਮੇਰੇ ਦੋਸਤ ਮਿੱਤਰ ਆ। ਸੋ ਤਾਂ ਕਰਕੇ ਮੈਂ ਇਹ ਜਿਹੜਾ ਡਿਸੀਜਨ ਸੀਗਾ ਪ੍ਰਾਈਮ ਮਿਨਿਸਟਰ ਨੂੰ ਪਿਛਲੇ ਹਫ਼ਤੇ ਦੱਸਿਆ। ਤੁਸੀਂ ਗੱਲ ਕਰ ਰਹੇ ਹੋ ਤੇ ਮੈਂ ਤੁਹਾਡੇ ਜਿਹੜੀ ਫੀਲਿੰਗ ਨੂੰ ਵੀ ਸਮਝ ਪਾ ਰਿਹਾ, ਤੁਹਾਡਾ ਮਨ ਵੀ ਭਰ ਰਿਹਾ। ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਇਹ ਗੱਲ ਕਰਦਿਆਂ ਥੋੜੇ ਇਮੋਸ਼ਨਲ ਵੀ ਹੋ ਰਹੇ ਹੋ, ਔਰ ਹੈ ਵੀ ਮਾਮਲਾ ਇਸ ਤਰ੍ਹਾਂ ਦਾ ਹੀ। ਮੇਰੇ ਵਾਈਫ ਨਵਦੀਪ ਅਕਸਰ ਕਹਿੰਦੇ ਹੁੰਦੇ ਸੀ ਮੈਨੂੰ ਕਿ ਬੱਚੇ ਜਦੋਂ ਯੂਨੀਵਰਸਿਟੀ ਚਲੇ ਜਾਂਦੇ ਹੈ ਫਿਰ ਉਹ ਵਾਪਸ ਨਹੀਂ ਆਉਂਦੇ, ਫਿਰ ਉਹਨਾਂ ਦੀ ਐਸੀ ਉਡਾਰੀ ਵੱਜਦੀ ਹੈ ਕਿ ਮੁੜ ਕੇ ਉਹਨਾਂ ਦੀਆਂ ਜੌਬਸ ਕਿੱਥੇ ਲੱਗਣਗੀਆਂ, ਕਿੱਥੇ ਯੂਨੀਵਰਸਿਟੀ ਉਹਨਾਂ ਨੇ ਜਾਣਾ। ਇਹ ਉਦੋਂ ਤੱਕ ਹੀ ਹੈ ਸਾਡੇ ਕੋਲ ਜਦੋਂ ਤੱਕ ਸਕੂਲ 'ਚ ਪੜ੍ਹ ਰਹੇ ਹੈ। ਤਾਂ ਤੁਸੀਂ ਸਹੀ ਕਹਿ ਰਹੇ ਹੋ ਕਿ ਜਦੋਂ ਤੱਕ ਬੱਚਾ ਹਾਈ ਸਕੂਲ 'ਚ ਆ ਤਦ ਤੱਕ ਤੁਹਾਡੇ ਕੋਲ ਆ ਰਿਹਾ। ਇੱਕ ਵਾਰੀ ਯੂਨੀਵਰਸਿਟੀ ਗਿਆ ਫਿਰ ਉਹਦਾ ਆਪਣਾ ਕੈਰੀਅਰ, ਆਪਣੇ ਦੋਸਤ, ਆਪਣੀ ਲਾਈਫ, ਸ਼ਾਦੀ, ਫਿਰ ਉਹ ਬੱਚੇ ਤੁਸੀਂ ਉਹ ਸਮਾਂ ਨਹੀਂ ਬਿਤਾ ਸਕਦੇ। ਤਾਂ ਮੇਰੇ ਖਿਆਲ 'ਚ ਤੁਸੀਂ ਵੀ ਇਹੀ ਮਹਿਸੂਸ ਕਰ ਰਹੇ ਹੋ ਕਿ ਜਿੰਨਾ ਹੁਣ ਸਮਾਂ ਬੱਚਾ ਹੈ ਉਹਨਾਂ ਦੇ ਯੂਨੀਵਰਸਿਟੀ ਜਾਣ ਤੋਂ ਪਹਿਲਾਂ ਉਹਨਾਂ ਨਾਲ ਵੱਧ ਤੋਂ ਵੱਧ ਗੁਜ਼ਾਰ ਸਕੋ। ਬਿਲਕੁਲ ਬਿਲਕੁਲ ਵੀਰ ਜੀ, ਤੁਸੀਂ ਠੀਕ ਕਹਿ ਰਹੇ ਆ। ਇਹੀ ਨਿਸ਼ਾਨਾ ਸੀ, ਇਹੀ ਮਨ 'ਚ ਸੋਚ ਸੀਗੀ, ਇਹੀ ਮੈਂ ਵਿਚਾਰ ਸਾਂਝੇ ਕੀਤੇ ਪ੍ਰਾਈਮ ਮਿਨਿਸਟਰ ਦੇ ਨਾਲ। ਤੇ ਦੂਜੀ ਗੱਲ ਵੀਰ ਜੀ ਇਹ ਵੀ ਸਮਝਣੀ ਚਾਹੀਦੀ ਹੈ ਕਿ 17 ਸਾਲ ਹੋ ਗਏ ਆ, 6 ਇਲੈਕਸ਼ਨਾਂ ਚੋਣ ਦੇ ਵਿੱਚ ਹਿੱਸਾ ਪਾਇਆ, 5 ਇਲੈਕਸ਼ਨਾਂ ਜਿੱਤੇ ਆ, ਇੱਕ ਹਾਰੇ ਵੀ ਆ, ਜਿੱਤ ਵੀ ਦੇਖੀ, ਹਾਰ ਵੀ ਦੇਖੀ। ਸੋ ਜਿੱਦਾਂ ਮੈਂ ਸ਼ੁਰੂ 'ਚ ਕਿਹਾ ਲੋਕਾਂ ਨੇ ਬੜਾ ਸਾਥ ਦਿੱਤਾ, ਪਰ ਮੈਂ ਵੀ ਮਹਿਸੂਸ ਕਰਦਾ ਕਿ ਹੋਰਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ। ਸਾਡੇ ਇੱਥੇ ਬੜੇ ਨੌਜਵਾਨ ਆ ਜਿਹੜੇ ਸਿਆਸਤ ਦੇ ਵਿੱਚ ਹਿੱਸਾ ਪਾਉਣਾ ਚਾਹੁੰਦੇ, ਉਹਨਾਂ ਲਈ ਵੀ ਜਗ੍ਹਾ ਹੋਣੀ ਚਾਹੀਦੀ, ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਆ। ਮੈਨੂੰ ਜਿੱਦਾਂ ਮੌਕਾ ਮਿਲਿਆ ਸੀ ਜਦੋਂ ਮੈਂ 26 ਸਾਲਾਂ ਦਾ ਸੀਗਾ, ਲੋਕਾਂ ਨੇ ਮੇਰਾ ਸਾਥ ਦਿੱਤਾ। ਤੇ ਮੈਂ ਮਹਿਸੂਸ ਕਰਦਾ ਹਾਂ ਹੁਣ ਜਿਹੜੇ ਆਉਣ ਵਾਲੇ ਬੱਚੇ ਆ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ। ਅੱਛਾ ਨਵਦੀਪ, ਤੁਸੀਂ ਬਹੁਤ ਨੇੜੇ ਹੋ ਪ੍ਰਾਈਮ ਮਿਨਿਸਟਰ ਦੇ, ਮੈਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਜਾਣਕਾਰੀ ਹੈ। ਮੈਂ ਸਮਝਦਾ ਕਿ ਪ੍ਰਾਈਮ ਮਿਨਿਸਟਰ ਦੇ ਨਾਲ ਤੁਹਾਡੇ ਇਕੱਲੇ ਪ੍ਰੋਫੈਸ਼ਨਲ ਜਾਂ ਪੋਲੀਟੀਕਲ ਰਿਲੇਸ਼ਨ ਨਹੀਂ, ਦੋਸਤੀ ਵਾਲੇ ਵੀ ਬਹੁਤ, ਤੁਹਾਡੀ ਪਰਿਵਾਰ, ਤੁਹਾਡੇ ਬੱਚੇ ਆਪਸ ਦੇ ਵਿੱਚ, ਫੈਮਲੀਜ਼ ਲੈਵਲ ਤੇ ਤੁਸੀਂ। ਤਾਂ ਉਹਨਾਂ ਦਾ ਤੁਹਾਡਾ ਜਿਹੜਾ ਰਾਜਨੀਤੀ ਤੋਂ ਇਸ ਤਰ੍ਹਾਂ ਜਾਣਾ ਅਚਾਨਕ ਟਰੂਡੋ ਸਾਹਿਬ ਲਈ ਵੀ ਕਾਫੀ ਵੱਡਾ ਇੱਕ ਤਰ੍ਹਾਂ ਦਾ ਇਹ ਝਟਕਾ ਹੋਵੇਗਾ। ਉਹ ਮੰਨ ਗਏ, ਛੇਤੀ ਮੰਨ ਗਏ ਉਹ ਤੁਹਾਡੀ ਗੱਲ ਨੂੰ? ਛੇਤੀ ਤਾਂ ਨਹੀਂ ਇੱਕਦਮ ਮੰਨੀ, ਪਰ ਜਦੋਂ ਮੈਂ ਸ਼ੁਰੂ ਕੀਤੀ ਆਪਣੀ ਗੱਲ ਤਾਂ ਮੈਂ ਆਪਣੀ ਬੇਟੀਆਂ ਤੋਂ ਸ਼ੁਰੂ ਗੱਲ ਕੀਤੀ, ਪਰਿਵਾਰ ਤੋਂ ਗੱਲ ਸ਼ੁਰੂ ਕੀਤੀ, ਉਹ ਫਿਰ ਸਮਝ ਗਏ ਸੀਗੇ। ਕਿਉਂਕਿ ਉਹਨਾਂ ਨੇ ਆਪਣੇ ਵੱਲ ਵੀ ਝਾਤੀ ਮਾਰੀ ਕਿ ਉਹਨਾਂ ਕੋਲ ਵੀ ਬੱਚੇ ਛੋਟੇ ਆ, ਤਾਂ ਉਹ ਵੀ ਮਹਿਸੂਸ ਕਰਦੇ ਆ ਕਿ ਕਿੰਨਾ ਔਖਾ ਆ ਸਿਆਸਤ ਦੇ ਵਿੱਚ ਤੇ ਬੱਚੇ ਨੂੰ ਸੰਭਾਲਣਾ। ਇੱਕ ਫਾਇਦਾ ਹੈਗਾ ਆ, ਬੱਚੇ ਉਹਨਾਂ ਦੇ ਨਾਲ ਰਹਿੰਦੇ ਉੱਥੇ ਆਟਵਾ ਦੇ ਵਿੱਚ। ਪਰ ਦੂਜਾ ਉਹਨਾਂ ਨੇ ਆਪਣੇ ਪਿਤਾ ਜੀ ਬਾਰੇ ਵੀ ਜ਼ਿਕਰ ਕੀਤਾ, ਜਿਹੜੇ ਪੀਏ ਐਲੀਅਟ ਟਰੂਡੋ ਸੀਗੇ। ਉਹਨਾਂ ਨੇ ਵੀ ਸਿਆਸਤ ਛੱਡ ਕੇ ਤੇ ਵਾਅਦਾ ਕੀਤਾ ਸੀਗਾ ਕਿ ਜਸਟਿਨ ਦੇ ਨਾਲ ਤੇ ਉਹਨਾਂ ਦੇ ਹੋਰ ਆਪਣੇ ਬੱਚਿਆਂ ਦੇ ਨਾਲ ਟਾਈਮ ਸਪੈਂਡ ਕਰੂਗਾ। ਉਦੋਂ 13 ਸਾਲ ਦੀ ਉਮਰ ਸੀਗੀ ਜਸਟਿਨ ਟਰੂਡੋ ਦੀ। ਸੋ ਕਹਿੰਦਾ ਨਾਨਕੀ ਦੀ ਵੀ 19 ਉਮਰ ਆ, ਤੇ ਕਹਿੰਦਾ ਇਹ ਜਿਹੜੇ ਸਾਲ ਹੈ ਬੜੇ ਸਪੈਸ਼ਲ ਹੁੰਦੇ ਬੱਚੇ ਲਈ ਤੇ ਪੇਰੈਂਟਸ ਲਈ। ਸੋ ਉਹਨੇ ਆਪਣੇ ਵੱਲੋਂ ਥੋੜਾ ਸ਼ੁਰੂ 'ਚ ਮਹਿਸੂਸ ਕੀਤਾ ਕਿ ਇਹ ਅਚਾਨਕ ਗੱਲ ਹੋ ਰਹੀ ਆ, ਸਰਪ੍ਰਾਈਜ਼ ਸੀਗਾ, ਬਟ ਅਲਟੀਮੇਟਲੀ ਵੈਰੀ ਅੰਡਰਸਟੈਂਡਿੰਗ, ਵੈਰੀ ਸਪੋਰਟਿਵ, ਵੈਰੀ ਗ੍ਰੇਸ਼ੀਅਸ। ਇਹ ਵੀ ਪੋਸੀਬਿਲਿਟੀ ਸੀ ਨਵਦੀਪ ਕਿ ਤੁਸੀਂ ਇਲੈਕਸ਼ਨ ਤੱਕ ਕਮ ਸੇ ਕਮ ਕੰਟੀਨਿਊ ਕਰਦੇ ਐਜ਼ ਏ ਮਿਨਿਸਟਰ? ਤੁਸੀਂ ਐਜ਼ MP ਤੇ ਕੰਟੀਨਿਊ ਕਰ ਹੀ ਰਹੇ ਹੋ, ਪਰ ਐਜ਼ ਏ ਮਿਨਿਸਟਰ ਵੀ ਕੰਟੀਨਿਊ ਕਰਦੇ ਇਲੈਕਸ਼ਨ ਤੱਕ ਐਟਲੀਸਟ?
ਨੋ ਡੈਫੀਨਿਟਲੀ ਵੀਰ ਜੀ ਆਪਸ਼ਨ ਹੋ ਸਕਦਾ ਸੀਗਾ, ਪਰ ਮੈਂ ਮਹਿਸੂਸ ਕਰਦਾ ਕਿ ਇਹ ਠੀਕ ਨਹੀਂਗਾ ਆਪਸ਼ਨ, ਕਿਉਂਕਿ ਅਸੀਂ ਮਿਨੋਰਟੀ ਸਰਕਾਰ ਦੇ ਵਿੱਚ ਆ। ਕਿਸੇ ਨੂੰ ਪਤਾ ਨਹੀਂਗਾ ਕਦੋਂ ਇਲੈਕਸ਼ਨ ਹੋਣੀ ਹੈ। ਜਿੱਦਾਂ ਤੁਸੀਂ ਸ਼ੁਰੂ 'ਚ ਕਿਹਾ ਸੀਗਾ ਕਿ ਸਪਰਿੰਗ 'ਚ ਹੋ ਸਕਦੀ ਹੈ, ਫਾਲ 'ਚ ਹੋ ਸਕਦੀ ਆ। ਇਹ ਆਪੋਜੀਸ਼ਨ ਤੇ ਡਿਪੈਂਡ ਕਰਦਾ ਆ, ਵੈਕਸੀਨ ਤੇ ਡਿਪੈਂਡ ਕਰਦਾ ਆ, ਹੋਰ ਬੜੇ ਇਸ਼ੂਜ਼ ਹੈਗੇ ਜਿਸ ਦੇ ਮੁਤਾਬਿਕ ਇਲੈਕਸ਼ਨ ਹੋ ਸਕਦੀ ਆ। ਐਂਡ ਆਈ ਥਿੰਕ ਕਿ ਜਿਹੜੇ ਕੈਬਨਿਟ ਦੇ ਵਿੱਚ ਲੋਕ ਬੈਠੇ ਆ, ਉਹ ਲੋਕ ਹੋਣੇ ਚਾਹੀਦੇ ਜਿਹੜੀ ਅਗਲੀ ਇਲੈਕਸ਼ਨ ਦੇ ਵਿੱਚ ਕੈਂਡੀਡੇਟ ਬਣੋਗੇ। ਸੋ ਮੈਂ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਲੋਕ ਜੇ ਮੈਂ ਅਗਲੀ ਚੋਣ ਦੇ ਵਿੱਚ ਨਹੀਂ ਹਿੱਸਾ ਪਾਉਣਾ and I'm not going to run again, then we need to have other people who will be running again. And I'm very happy ਕਿ ਸਾਡੇ ਇੱਥੇ ਇਲਾਕੇ 'ਚ ਓਮਾ ਅਲਗਾਵਰਾ ਨੂੰ ਮੌਕਾ ਮਿਲਿਆ। ਅਸੀਂ 2002 ਦੇ ਵਿੱਚ ਨਵਦੀਪ ਅਖਬਾਰ ਸ਼ੁਰੂ ਕੀਤੀ ਸੀ। ਮੇਰਾ ਵੀ ਮੀਡੀਆ ਦਾ ਸਫ਼ਰ ਲਗਭਗ ਉਹਨਾਂ ਦਿਨਾਂ 'ਚ ਸ਼ੁਰੂ ਹੋਇਆ। ਤੁਸੀਂ ਨੋਮੀਨੇਸ਼ਨ ਲੜ ਰਹੇ ਸੀ, ਬੜਾ ਹੈਵੀ ਵੇਟ ਸੀ ਉਸ ਵੇਲੇ। ਆਪਣੇ ਸੁਖਦੇਵ ਤੂਰ ਸਾਹਿਬ ਮੈਨੂੰ ਚੇਤਾ ਹੈ, ਜਿਹਦੇ ਨਾਲ ਤੁਹਾਡਾ ਉਦੋਂ ਕਾਫੀ ਕੈਂਡੀਡੇਟ ਸੀ, 4-5 ਕੈਂਡੀਡੇਟ ਸੀ ਜਦੋਂ। ਯੂ ਆਰ ਦੀ ਯੰਗੈਸਟ ਵਨ ਔਰ ਤੁਸੀਂ ਸਭ ਨੂੰ ਸਰਪ੍ਰਾਈਜ਼ ਕੀਤਾ। ਨਾ ਸਿਰਫ ਉਸ ਵੇਲੇ ਨੋਮੀਨੇਸ਼ਨ ਜਿੱਤੀ, ਤੂਰ ਸਾਹਿਬ ਫੇਵਰੇਟ ਮੰਨੇ ਜਾ ਰਹੇ ਸੀ, ਪਰ ਤੁਸੀਂ ਉਹ ਨੋਮੀਨੇਸ਼ਨ ਜਿੱਤ ਕੇ ਸਭ ਨੂੰ ਹੈਰਾਨ ਕੀਤਾ। ਉਸ ਤੋਂ ਬਾਅਦ ਤੁਸੀਂ ਇਲੈਕਸ਼ਨ ਪਹਿਲਾਂ ਬੜੇ ਕੰਫਰਟੇਬਲ ਮਾਰਜਨ ਨਾਲ ਜਿੱਤਿਆ, ਯੰਗੈਸਟ ਐਮਪੀ ਬਣੇ ਔਰ ਨਿਰੰਤਰ ਫਿਰ ਤੁਹਾਡਾ ਇੱਕ ਐਸਾ ਸਕਸੈਸ ਦਾ ਸਿਲਸਿਲਾ ਚੱਲਦਾ ਰਿਹਾ। ਤੁਸੀਂ ਲਗਾਤਾਰ ਗਰੋਥ ਵੀ ਦੇਖੀ, ਸਕਸੈਸ ਵੀ ਦੇਖੀ। ਪਿੱਛੇ ਮੁੜ ਕੇ ਦੇਖਦੇ ਹੋ ਜਦੋਂ ਹੁਣ, ਕਿਹੜੀਆਂ ਕੁਝ ਐਸੀਆਂ ਅਕੰਪਲਿਸ਼ਮੈਂਟਸ ਨੇ, ਕੁਝ ਚੀਜ਼ਾਂ ਨੇ ਤੁਹਾਨੂੰ ਕਿਤੇ ਲੱਗਦਾ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ ਕਿ ਆਈ ਕੁਡ ਡੂ ਦਿਸ, ਇਹ ਕੁਝ ਮੈਂ ਕਰ ਪਾਇਆ? ਹਾਂਜੀ, ਬਹੁਤ ਵਧੀਆ ਸਵਾਲ ਪੁੱਛਿਆ ਵੀਰ ਜੀ। ਇਹਦੇ ਬਾਰੇ ਮੈਂ ਕਾਫੀ ਸੋਚਿਆ ਪਿਛਲੇ 2-3 ਦਿਨਾਂ ਤੋਂ ਲੱਗ ਕੇ। ਜਦੋਂ ਦੀ ਮੈਂ ਇੰਟਰਵਿਊਜ਼ ਕਰ ਰਿਹਾ ਤਾਂ ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਕੀਤੀ ਸੀ। ਤਾਂ ਤੁਸੀਂ ਆਪਣੇ ਬਿਗਿਨਿੰਗ ਦੇ ਵਿੱਚ ਮੇਰੇ ਪਿਤਾ ਜੀ ਬਾਰੇ ਜ਼ਿਕਰ ਕੀਤਾ ਜੀ ਕਿ ਉਹ ਕੈਬਨਿਟ ਮੇਕਰ ਸੀ। ਉਹਨਾਂ ਨੇ ਕਦੇ ਆਪਣੇ ਸੁਪਨੇ 'ਚ ਨਹੀਂ ਸੋਚਿਆ ਕਿ ਉਹਨਾਂ ਜਿਹੜਾ ਲੜਕਾ ਹੈ ਵਿਲ ਬੀ ਅ ਕੈਬਨਿਟ ਮੇਕਰ। ਜੀ ਇਹਨਾਂ ਦਾ ਇੱਕੋ ਹੀ ਇੱਕ ਕਾਰਨ ਆ, ਕੈਨੇਡਾ। ਜੀ ਇਸ ਮੁਲਕ ਲੋਕਾਂ ਨੂੰ ਬਹੁਤ ਮੌਕੇ ਦਿੰਦੇ। ਤੁਸੀਂ ਆਪਣੇ ਬਿਜ਼ਨਸ ਬਾਰੇ ਗੱਲ ਕੀਤਾ ਕਿ ਤੁਸੀਂ ਇੱਥੇ ਆਏ, ਆਪਣਾ ਮੀਡੀਆ ਦਾ ਸ਼ੁਰੂ ਕੀਤਾ ਕੰਮ। ਜੀ ਮੇਰੇ ਫਾਦਰ ਜੀ ਨੇ ਕੈਬਨਿਟ ਬਿਜ਼ਨਸ ਸ਼ੁਰੂ ਕੀਤਾ, ਮੈਨੂੰ ਪੋਲਿਟਿਕਸ 'ਚ ਮਿਲਿਆ। ਇਹ ਜਿਹੜਾ ਮੁਲਕ ਆ, ਡਜ਼ਨਟ ਮੈਟਰ ਤੁਹਾਡੀ ਕੀ ਬੈਕਗਰਾਉਂਡ ਆ, ਤੁਹਾਡਾ ਕੀ ਸਕਿਨ ਦਾ ਰੰਗ ਆ, ਤੁਹਾਡੇ ਕਿਹੜਾ ਧਰਮ ਆ, ਸਾਰਿਆਂ ਨੂੰ ਮੌਕਾ ਮਿਲਦੇ ਆ। ਐਂਡ ਮੇਰਾ ਵੱਲੋਂ ਇੱਕੋ ਹੀ ਨਿਸ਼ਾਨਾ ਸੀਗਾ ਕਿ ਜੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਮੌਕੇ ਮਿਲੇ ਆ, ਹੋਰ ਪਰਿਵਾਰਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਹੈ। ਸੋ ਮੈਂ ਮਹਿਸੂਸ ਕੀਤਾ ਕਿ ਜਿਹੜੀ ਇਕਨੋਮੀ ਆ, ਕਿਉਂਕਿ ਮੇਰੇ ਪਿਤਾ ਜੀ ਰਾਜਸਥਾਨ ਤੋਂ ਇਸ ਕਰਕੇ ਇੱਥੇ ਆਏ ਸੀਗੇ ਕਿਉਂਕਿ ਉੱਥੇ ਰੁਪਏ ਮਿਲਦੇ ਸੀ, ਇੱਥੇ ਡਾਲਰ ਮਿਲਦੇ ਸੀ। ਉੱਥੇ ਕੰਮ ਨਹੀਂ ਮਿਲਦਾ ਸੀ, ਇੱਥੇ ਕੰਮ ਮਿਲਦਾ ਸੀ। ਜੀ ਸੋ ਜਿਹੜੀ ਇਕਨੋਮਿਕ ਓਪਰਚੁਨਿਟੀਜ਼ ਕਰਕੇ ਕਾਫੀ ਲੋਕ ਇੱਥੇ ਹੁੰਦੇ, ਕੁਆਲਿਟੀ ਆਫ ਲਾਈਫ, ਗਾਂ ਬੱਚਿਆਂ ਨੂੰ ਗੁੱਡ ਐਜੂਕੇਸ਼ਨ ਮਿਲੂਗੀ। ਸੋ ਸਾਡਾ ਜਿਹੜਾ ਮੇਨ ਫੋਕਸ ਸੀਗਾ 2015 ਦੇ ਵਿੱਚ ਇਹੀ ਸੀਗਾ ਕਿ ਅਸੀਂ ਇਹਦੇ ਨਾਲ ਪਲਾਨ ਪੇਸ਼ ਕਰੀਏ ਜਿਸ ਦੇ ਨਾਲ ਜਿਹੜੇ ਹੁਣ ਲੋਕ ਉਹਨਾਂ ਨੂੰ ਵੀ ਮੌਕਾ ਮਿਲੇ ਤੇ ਆਉਣ ਵਾਲੇ ਜਿਹੜੇ ਫਿਊਚਰ 'ਚ ਬੱਚੇ ਆ ਉਹਨਾਂ ਨੂੰ ਵੀ ਮੌਕਾ ਮਿਲੇ। ਸੋ ਜਿਹੜਾ ਮੈਂ ਇਕਨੋਮਿਕ ਪਾਲਿਸੀ ਤਿਆਰ ਕੀਤੀ ਦੀ ਇਨੋਵੇਸ਼ਨ ਐਂਡ ਸਕਿੱਲਸ ਪਲਾਨ, ਜਿਸ ਦੇ ਨਾਲ ਜੌਬਸ ਵੀ ਕ੍ਰੀਏਟ ਹੋਈਆਂ। ਪੈਂਡੈਮਿਕ ਤੋਂ ਪਹਿਲਾਂ ਓਵਰ 1 million jobs were created. We had record low unemployment rate at 5.4%. ਕਾਫੀ growth ਦੇਖੀ economy ਦੇ ਵਿੱਚ। We had the fastest growth rate amongst the G7 countries. ਇੱਥੇ ਮਿਸਿਸਾਗਾ ਮਾਡਰਨ ਇਲਾਕੇ ਦੇ ਵਿੱਚ ਅਨਇੰਪਲੋਇਮੈਂਟ ਰੇਟ ਕਾਫੀ ਡਿੱਗ ਗਿਆ, ਲੋਕਾਂ ਨੂੰ ਜੌਬਸ ਮਿਲੀਆਂ। ਸੋ ਇਹ ਮੈਂ ਮਹਿਸੂਸ ਕੀਤਾ ਕਿ ਸਾਡੇ ਜਿਹੜੀ ਗਵਰਨਮੈਂਟ ਇਕਨੋਮਿਕ ਪਾਲਿਸੀ ਸੀਗੀ, ਇਕਨੋਮਿਕ ਏਜੰਡਾ ਸੀਗਾ, ਅਸੀਂ ਅੱਗੇ ਲਿਆ ਸਕੇ ਜਿਸ ਦੇ ਨਾਲ ਬਹੁਤ ਲੋਕਾਂ ਨੂੰ ਫਾਇਦਾ ਹੋਇਆ। ਸੋ ਜਿਹੜੇ ਨਵੇਂ ਲੋਕ ਵੀ ਆ ਰਹੇ ਸੀਗੇ ਵੱਖਰੇ ਮੁਲਕਾਂ ਤੋਂ, ਉਹਨਾਂ ਨੂੰ ਵੀ ਫਾਇਦਾ ਹੋਇਆ। ਜਿਹੜੇ ਲੋਕ ਇੱਥੇ ਰਹਿੰਦੇ ਸੀਗੇ ਉਹਨਾਂ ਨੂੰ ਵੀ ਫਾਇਦਾ ਹੋਇਆ। ਐਂਡ ਸੋ ਉਹ ਇਹੀ ਮੇਰਾ ਸੁਪਨਾ ਸੀਗਾ ਕਿ ਜਿਹੜੇ ਸਾਨੂੰ ਮੌਕੇ ਮਿਲੇ, ਜਿਹੜੇ ਮੈਨੂੰ ਮੌਕੇ ਮਿਲੇ, ਮੇਰੇ ਪਰਿਵਾਰ ਨੂੰ ਮੌਕੇ ਮਿਲੇ, ਹੋਰਾਂ ਨੂੰ ਵੀ ਮਿਲਣੇ ਚਾਹੀਦੇ ਸੀਗੇ। ਉਸ ਪ੍ਰੋਗਰਾਮ ਦੇ ਵਿੱਚ ਕਾਫੀ ਚੀਜ਼ਾਂ ਅਸੀਂ ਪੇਸ਼ ਕੀਤੀਆਂ, ਬੱਚਿਆਂ ਤੋਂ ਕੋਡਿੰਗ ਤੋਂ ਲੱਗ ਕੇ ਕਿ ਕਲਾਸਰੂਮ 'ਚ ਉਹ ਡਿਜੀਟਲ ਸਕਿੱਲ ਸਿੱਖਣ। ਜਿਹੜੇ ਸਾਡੇ ਯੂਥ ਆ ਉਹਨਾਂ ਨੂੰ ਕੋਆ ਪੋਜੀਸ਼ਨਸ, ਇੰਟਰਨਸ਼ਿਪ ਪੋਜੀਸ਼ਨਸ ਮਿਲਣ। ਜਿਹੜੇ ਆਪਣੇ ਹੈਗੇ ਆ ਮਿਡ ਕਰੀਅਰ ਵਰਕਰਸ, ਜਿਹੜੇ 40-50 ਸਾਲ ਦੇ ਆ, ਜਿਨ੍ਹਾਂ ਨੂੰ ਪਤਾ ਹੈ ਕਿ ਪ੍ਰੋਬਲਮ ਆ ਰਹੀ ਹੈ, ਦੇ ਵਾਂਟ ਟੂ ਅਪਸਕਿਲ ਔਰ ਰੀਸਕਿਲ ਔਰ ਐਜੂਕੇਸ਼ਨ ਉਹ ਪਾ ਰਹੇ ਸੀ, ਉਹਨਾਂ ਲਈ ਵੀ ਪੈਸੇ ਅੱਗੇ ਪੇਸ਼ ਕੀਤੇ। ਇੱਥੇ ਕੰਪਨੀਆਂ ਗਰੋ ਹੋਈਆਂ ਜਿਸ ਦੇ ਨਾਲ ਜਿਹੜੇ ਬੱਚੇ ਪੜ੍ਹ ਲਿਖ ਕੇ ਗ੍ਰੈਜੂਏਟ ਹੋ ਰਹੇ ਸੀਗੇ ਉਹਨਾਂ ਨੂੰ ਜੌਬਸ ਮਿਲੀਆਂ। ਸੋ ਹੋਰ ਮੁਲਕ 'ਚ ਨਹੀਂ ਜਾਣਾ ਪਿਆ। That was a big accomplishment in my opinion. ਅੱਛਾ, ਰਾਜਨੀਤੀ ਦੇ ਵਿੱਚ ਮੌਕੇ ਮਿਲਦੇ ਆ। ਤੁਸੀਂ ਆਪ ਦੱਸਿਆ ਕਿ ਤੁਸੀਂ ਕੁਝ ਕਰ ਸਕੇ, ਜੇ ਕੈਬਨਿਟ ਪੋਜੀਸ਼ਨ ਤੱਕ ਪਹੁੰਚੇ ਹੋ, ਤੁਹਾਨੂੰ ਵੱਖਰੇ ਅਹੁਦੇ ਮਿਲੇ, ਤੁਹਾਨੂੰ ਖਿਤਾਬ ਦਿੱਤਾ ਗਿਆ ਮਿਨਿਸਟਰ ਆਫ ਐਵਰੀਥਿੰਗ। ਲੇਕਿਨ ਕੋਈ ਨਾ ਕੋਈ ਪਛਤਾਵਾ ਵੀ ਮਨ 'ਚ ਹੁੰਦਾ ਹੈ, ਕੁਝ ਐਸਾ ਕੁਝ ਤੁਸੀਂ ਕਰਨਾ ਚਾਹੁੰਦੇ ਸੀ ਲੇਕਿਨ ਨਹੀਂ ਕਰ ਸਕੇ। ਐਸੀ ਕੋਈ ਹੈ ਮਨ ਦੇ ਵਿੱਚ ਇੱਛਾ ਕਿ ਇਹ ਕਾਸ਼ ਮੈਂ ਇਹ ਕਰ ਪਾਉਂਦਾ, ਮੈਂ ਇੰਨੇ ਸਾਲ ਪੋਲਿਟਿਕਸ 'ਚ ਰਿਹਾ? ਇੱਕ ਇਸ਼ੂ ਹੈਗਾ ਵੀਰ ਜੀ ਜਿਸ ਦੇ ਨਾਲ ਮੈਂ ਅਸੀਂ ਸ਼ੁਰੂ ਕੀਤੀ ਸੀ ਬੇਟੀਆਂ ਬਾਰੇ ਗੱਲ, ਨਾਨਕੀ ਤੇ ਕਿਰਪਾ ਬਾਰੇ। ਜਦੋਂ ਮੈਂ ਸੋਚਦਾ ਹਾਂ ਕਿ
15 20 30 ਸਾਲਾਂ 'ਚ ਜਦੋਂ ਉਹ ਵੱਡੇ ਹੋਗੇ ਕਿਦਾਂ ਦੀ ਦੁਨੀਆ 'ਚ ਉਹ ਰਹੋਗੇ। ਐਂਡ ਇੱਕ ਇਸ਼ੂ ਹੈ ਜਿਸ ਦੇ ਨਾਲ ਅਸੀਂ ਸਾਰੇ ਮੰਨਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਫਿਕਰ ਹੈ, ਉਹ ਹੈਗਾ এনवायरमेंट ਦਾ ਜੀ। ਐਂਡ ਮੈਂ ਮਹਿਸੂਸ ਕਰਦਾ ਹਾਂ ਕਿ ਜਿਹੜੀ ਸਾਡੀ এনवायरमेंटल ਪਾਲਿਸੀਜ਼ ਆ, ਅਸੀਂ ਕਾਰਬਨ ਤੇ ਵੀ ਪ੍ਰਾਈਸ ਲਾਏ, ਅਸੀਂ ਰੈਗੂਲੇਸ਼ਨਸ ਵੀ ਲਿਆਏ, ਪਰ ਜਿਹੜੀ ਇੰਡਸਟਰੀ ਨੂੰ ਨਾਲ ਲਿਆਉਣਾ ਸੀਗਾ, ਜਿਹੜਾ ਮੇਰਾ ਏਜੰਡਾ ਸੀਗਾ, ਜਿੱਥੇ ਅਸੀਂ ਬਿਜ਼ਨੈਸਿਸ ਨੂੰ ਤਿਆਰ ਕਰਨਾ ਸੀਗਾ এনवायरमेंट ਪਾਲਿਸੀਜ਼ ਲਈ ਕਿ ਟੈਕਨੋਲੋਜੀ 'ਚ ਇਨਵੈਸਟ ਕਰਨ, ਇਨੋਵੇਸ਼ਨ 'ਚ ਇਨਵੈਸਟ ਕਰਨ, ਜਿਸ ਦੇ ਨਾਲ ਸਾਡੀ ਜਿਹੜੀ ਕਾਰਬਨ ਫੁੱਟਪ੍ਰਿੰਟ ਹੈ, ਜਿਹੜਾ ਸਾਡਾ ਪੋਲੂਸ਼ਨ ਹੈ, ਉਹ ਘਟਣਾ ਚਾਹੀਦਾ ਆ। ਉਸ ਪੱਖੋਂ ਅਸੀਂ ਹੁਣੇ ਪੇਸ਼ ਕੀਤਾ $4 ਬਿਲੀਅਨ ਦਾ ਫੰਡ, ਤਾਂ ਉਹ ਮੈਂ ਮਹਿਸੂਸ ਕਰਦਾ ਹਾਂ ਕਿ ਮੈਨੂੰ ਉਹ ਮੌਕਾ ਨਹੀਂ ਮਿਲਣਾ ਟੂ ਇੰਪਲੀਮੈਂਟ। ਉਹ ਇੱਕ ਬਹੁਤ ਇੰਪੋਰਟੈਂਟ ਮੁੱਦਾ ਸੀ। ਤੁਹਾਨੂੰ ਯਾਦ ਹੋਣਾ ਪਿਛਲੇ ਇਲੈਕਸ਼ਨ ਦੌਰਾਨ ਦੇ ਵਿੱਚ এনवायरमेंटल ਪਾਲਿਸੀਜ਼ ਬਾਰੇ ਕਾਫੀ ਲੋਕਾਂ ਨੇ ਵਿਚਾਰ ਕੀਤੇ, ਕੈਂਪੇਨ ਵੇਲੇ ਵੀ ਕਾਫੀ ਲੋਕਾਂ ਨੇ ਇਸ ਚੀਜ਼ ਬਾਰੇ ਡਿਬੇਟ ਕੀਤਾ। এনवायरमेंट ਰਾਦਰ এনवायरमेंट ਨੰਬਰ 1 ਮੁੱਦਾ ਬਣ ਗਿਆ ਸੀ ਇਲੈਕਸ਼ਨ 'ਚ। ਹਾਂ, ਦੈਟਸ ਰਾਈਟ। ਉਹ ਮੈਂ ਮਹਿਸੂਸ ਕਰਦਾ ਹਾਂ ਕਿ ਮੈਨੂੰ ਹੁਣ ਉਹ ਮੌਕਾ ਨਹੀਂ ਮਿਲਣਾ ਟੂ ਇੰਪਲੀਮੈਂਟ ਦੈਟ ਏਜੰਡਾ। ਪਰ ਅਗੇਨ ਪਰਮਾਤਮਾ ਦੀ ਕਿਰਪਾ ਦੇ ਨਾਲ ਜਿੰਨੀ ਸੋਚ ਸੀ, ਬੁੱਧੀ ਸੀ, ਹਿੰਮਤ ਸੀ, ਦਿਨ ਰਾਤ ਲਾ ਕੇ ਲੋਕਾਂ ਦੀ ਸੇਵਾ ਕੀਤੀ, ਤਨੋ ਮਨੋ ਲਾ ਕੇ। ਐਂਡ ਅਗੇਨ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿਉਂਕਿ ਆਈ ਐਮ ਸੋ ਗ੍ਰੇਟਫੁਲ for the support in the elections, in between elections, moral support, financial support. ਲੋਕਾਂ ਨੇ ਹਮੇਸ਼ਾ ਸਾਥ ਦਿੱਤਾ and I want to thank my supporters and also ਜਿਨ੍ਹਾਂ ਨੇ ਵਿਰੋਧਤਾ ਵੀ ਕੀਤੀ। ਵੀਰ ਜੀ, ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਯਾਦ ਆ ਜਦੋਂ ਮੈਂ ਸਿਆਸਤ ਵਿੱਚ ਸ਼ੁਰੂ ਕੀਤਾ ਸੀਗਾ, ਆਪਣਾ ਪਹਿਲਾ ਕਦਮ ਚੁੱਕਿਆ ਸੀਗਾ, ਲੋਕ ਕਹਿੰਦੇ ਮੈਨੂੰ ਕਿ ਲੋਕਾਂ ਨੇ ਸਾਥ ਵੀ ਬੜਾ ਦੇਣਾ ਪਰ ਲੋਕਾਂ ਨੇ ਤੇਰੀ ਲੱਤਾਂ ਵੀ ਖਿੱਚਣੀਆਂ। ਤਾਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਜੇ democracy 'ਚ ਦੇਖੋ, any strong democracy, you need to have opposition, you need to have accountability, you need to have a strong media, you need to have freedom of expression, you need to have people with different opinions. And so I think ਕਿ ਜੇ ਮੈਨੂੰ ਮੌਕਾ ਮਿਲਿਆ ਸਿਆਸਤ ਦੇ ਵਿੱਚ, ਜੇ ਮੈਂ ਤਰੱਕੀ ਵੀ ਕੀਤੀ ਆ ਸਪੋਰਟਰਸ ਕਰਕੇ ਵੀ, ਆਪੋਜੀਸ਼ਨ ਕਰਕੇ ਵੀ। ਐਂਡ ਮੈਨੂੰ ਕਾਫੀ ਕੰਸਰਵੇਟਿਵ ਐਮਪੀਜ਼, NDP ਵੱਲੋਂ, ਹੋਰ ਪਾਰਟੀਆਂ ਵੱਲੋਂ ਵੀ ਮੈਸੇਜ ਆਏ ਆ ਜਿਨ੍ਹਾਂ ਨੇ ਮੈਨੂੰ ਬੜੇ ਨਾਈਸ ਮੈਸੇਜ ਭੇਜੇ ਆ ਪਰਸਨਲ ਤੌਰ ਤੇ। ਠੀਕ ਹੈ, ਸਾਡਾ ਵਿਚਾਰਾਂ ਦਾ ਫਰਕ ਹੁੰਦਾ ਹੈ, ਪਰ ਐਨ ਪਰਸਨਲ ਲੈਵਲ ਉਹਨਾਂ ਨੇ ਬੜੇ ਨਾਈਸ ਮੈਸੇਜ ਭੇਜੇ ਆ। ਐਂਡ ਆਈ ਥਿੰਕ ਦੈਟਸ ਦ ਬਿਊਟੀ ਆਫ ਕੈਨੇਡਾ ਕਿ ਅਸੀਂ ਇੱਦਾਂ ਦੇ ਮੁਲਕ 'ਚ ਰਹਿੰਦੇ ਹਾਂ ਜਿੱਥੇ ਅਸੀਂ, ਸਾਡੇ ਕੰਸਰਵੇਟਿਵ ਦੋਸਤ ਵੀ ਹੋ ਸਕਦੇ ਆ, NDP ਦੋਸਤ ਵੀ ਹੋ ਸਕਦੇ ਆ, politically ਸਾਡਾ ਵਿਚਾਰਾਂ ਦਾ ਫਰਕ ਹੈ, but we still respect each other and that is something that I hope will continue for years to come. ਅੱਛਾ, ਤੁਸੀਂ ਪਾਰਟੀ 'ਚ ਇੰਨਾ ਜ਼ਿਆਦਾ ਜਿਹੜਾ ਐਕਸਪੀਰੀਅੰਸ ਲਿਆ ਹੈ, ਤੁਸੀਂ ਕੋ-ਚੇਅਰ ਰਹੇ, ਤੁਸੀਂ ਇੰਟਾਰੀਓ ਦੇ ਚੇਅਰ ਰਹੇ ਔਰ ਇਲੈਕਸ਼ਨ ਨੂੰ ਲੜਨਾ, ਬਹੁਤ ਸਾਰਾ ਤੁਸੀਂ ਤਜਰਬਾ ਹਾਸਿਲ ਕੀਤਾ ਹੈ। ਆਈ ਡੋਂਟ ਥਿੰਕ ਕਿ ਲਿਬਰਲ ਪਾਰਟੀ ਤੁਹਾਨੂੰ ਇੰਨੇ ਈਜ਼ੀਲੀ ਜਾਣ ਦੇਗੀ। ਤਾਂ ਕੀ ਕੋਈ ਪਾਰਟੀ 'ਚ ਪੋਜੀਸ਼ਨ ਲੈ ਕੇ ਰੱਖੋਗੇ, ਅਜੇ ਪਾਰਟੀ ਨਾਲ ਜੁੜੇ ਰਹੋਗੇ? ਸੋ ਜਿੱਦਾਂ ਮੈਂ ਕਿਹਾ ਵੀਰ ਜੀ ਕਿ ਇਹ ਬਹੁਤ ਵਧੀਆ ਮੁਲਕ ਆ, the best country in the world, and ਮੈਂ ਮਹਿਸੂਸ ਕਰਦਾ and I firmly believe that we need Justin Trudeau as our Prime Minister. He is such an amazing leader, has good vision for this country, good work ethic and the right values, and pandemic ਤੋਂ ਬਾਅਦ ਸਾਨੂੰ ਇਹਦੀ leadership ਦੀ ਲੋੜ ਆ। And so I'm going to continue to support the Liberal Party. ਇੱਥੇ ਦੇ ਸਾਡੇ ਲੋਕਲ MP ਆ, ਬੜੇ ਕੇਪੇਬਲ ਆ, ਬੜੇ ਇਮਾਨਦਾਰ ਆ, ਬੜੇ ਮਿਹਨਤੀ ਆ, ਤੇ ਜਿੱਥੇ ਵੀ ਮੈਨੂੰ ਸੇਵਾ ਲਾਓਗੇ, ਜੇ ਦਰਵਾਜ਼ੇ ਖੜਕਾਉਣ ਦੇ, ਜਾਂ ਸਾਈਨਸ ਲਾਉਣ ਦੇ, ਜਾਂ ਫੋਨ ਕਾਲਸ ਕਰਨ ਦੇ, ਜਿੱਥੇ ਵੀ ਮੇਰੀ ਸੇਵਾ ਲਾਓਗੇ ਮੈਂ ਕਰਨ ਨੂੰ ਤਿਆਰ ਹਾਂ। ਐਂਡ ਮੈਂ ਪ੍ਰਾਈਮ ਮਿਨਿਸਟਰ ਨੂੰ ਵੀ ਕਿਹਾ ਹੈ, I'm a proud Liberal, I'm part of Team Trudeau, but ਅੱਜ ਦੀ ਘੜੀ 'ਚ ਵੀਰ ਜੀ I have no official role, just to support our local MPs and to support the Liberal Party. ਕਿਹਾ ਜਾ ਰਿਹਾ ਕਿ ਤੁਹਾਨੂੰ ਕੰਪੇਨ ਦਾ ਚੇਅਰ ਵੀ ਲਗਾਇਆ ਜਾ ਸਕਦਾ ਹੈ, ਕੰਸੀਡਰ ਕਰੋਗੇ ਇਸ ਚੀਜ਼ ਨੂੰ? ਮੈਂ ਆਪਣੇ ਬੱਚੇ ਨੂੰ ਪੁੱਛੂੰਗਾ ਜਿਹਨਾਂ ਨਾਲ ਮੈਂ ਵਾਅਦਾ ਕੀਤਾ ਸੀਗਾ ਕਿ ਮੈਂ ਹੁਣ ਸਿਆਸਤ ਛੱਡ ਕੇ ਉਹਨਾਂ ਨਾਲ ਸਮਾਂ ਕੱਢੂੰਗਾ ਜੀ। ਜਿੱਥੇ ਮੇਰੀ ਇਹ ਗੱਲ ਮੈਂ ਸ਼ੁਰੂ 'ਚ ਵੀ ਕਹੀ ਸੀਗੀ ਤੇ ਮੈਂ ਹੁਣ ਫੇਰ ਰਿਪੀਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਫੋਕਸ ਫੈਮਿਲੀ ਹੋਣਾ ਆ। ਜਿਹੜੇ ਵੀ ਹੁਣ ਡਿਸੀਜਨ ਮੈਂ ਲੈਣੇ ਆ, ਜਿਹੜੇ ਵੀ ਮੈਂ ਕਦਮ ਚੁੱਕਣੇ ਆ, ਮੈਂ ਪਰਿਵਾਰਕ ਨੂੰ ਸੋਚ ਕੇ ਚੁੱਕਣੇ ਆ। ਪਹਿਲੋਂ ਮੈਂ ਚੁੱਕੇ ਸੀਗੇ ਕਦਮ ਕਮਿਊਨਿਟੀ ਲਈ, ਆਪਣੇ ਭਾਈਚਾਰੇ ਲਈ, ਆਪਣੇ ਮੁਲਕ ਲਈ, and that was a big honor, big honor. But ਹੁਣ ਮੈਂ ਜਿਹੜੇ ਕਦਮ ਚੁੱਕੂੰਗਾ, ਜਿਹੜੇ ਸਟੈਪ ਲਵਾਂਗਾ, ਮੈਂ ਸੋਚੂੰਗਾ ਕਿ what is good for ਨਾਨਕੀ and ਕਿਰਪਾ। ਥੈਂਕ ਯੂ ਨਵਦੀਪ। ਮੈਂ ਜਿਸ ਤਰ੍ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਕਿਹਾ ਸੀ ਕਿ 42-43 ਸਾਲ ਦੀ ਉਮਰ 'ਚ ਲੋਕ ਰਾਜਨੀਤੀ 'ਚ ਜਾਣ ਬਾਰੇ ਸੋਚਦੇ ਹੈ, ਰਾਜਨੀਤਿਕ ਕੈਰੀਅਰ ਸ਼ੁਰੂ ਕਰਨ ਬਾਰੇ ਸੋਚਦੇ ਹੈ। ਔਰ ਜੇ ਆਪਾਂ ਇੰਡੀਆ ਦੀ ਗੱਲ ਕਰੀਏ ਤਾਂ ਲੋਕ 80-85-90 ਸਾਲ ਤੱਕ ਤੇ ਕੁਰਸੀ ਛੱਡਦੇ ਨਹੀਂ, ਨਾ ਛੱਡਣ ਬਾਰੇ ਸੋਚਦੇ ਹੈ। ਤੁਸੀਂ 42-43 ਸਾਲ ਦੀ ਉਮਰ 'ਚ ਆਉਂਦਿਆਂ ਫੈਸਲਾ ਕਰ ਲਿਆ ਕਿ ਮੈਂ ਪੋਲੀਟਿਕਸ ਛੱਡ ਦੇਣੀ ਹੈ। ਔਰ ਪਰਟੀਕੁਲਰਲੀ ਆਪਣੀ ਇੰਡੀਅਨ ਕਮਿਊਨਿਟੀ ਦੀ ਵੀ ਅਗਰ ਗੱਲ ਕਰੀਏ ਤਾਂ ਬਹੁਤੇ ਲੀਡਰ ਆਪਾਂ ਦੇਖੇ ਹੀ ਹੈ, ਕਾਫੀ ਦੇਰ ਤੱਕ ਉਹਨਾਂ ਨੇ ਸਰਵ ਕੀਤਾ ਹੈ। ਨੋ ਡਾਊਟ
ਸਰਵ ਕਰਨਾ ਵੀ ਚਾਹੀਦਾ, ਤੁਹਾਡੇ ਕੋਲ ਤਜਰਬਾ ਹੋਵੇ, ਤੁਹਾਡੇ ਫੈਮਿਲੀ, ਤੁਹਾਡੇ ਸਾਰੇ ਹਾਲਾਤ ਤੁਹਾਨੂੰ ਇਜਾਜ਼ਤ ਦਿੰਦੇ ਹੈ, ਤੇ ਕਿਉਂ ਨਹੀਂ ਤੁਸੀਂ ਆਪਣਾ ਜਿਹੜਾ ਤਜਰਬਾ ਹੈ ਉਸ ਨੂੰ ਜ਼ਰੂਰ ਲੋਕਾਂ ਲਈ ਲੈ ਕੇ ਆਓ। ਪਰ ਤੁਸੀਂ ਜਿਹੜਾ ਫੈਸਲਾ ਲਿਆ 43 ਸਾਲ ਦੀ ਏਜ ਦੇ ਵਿੱਚ, ਔਰ ਜਿਸ ਪੋਜੀਸ਼ਨ ਤੇ ਤੁਸੀਂ ਸੀ ਜਾਂ ਹੋ, ਇਟ ਇਜ਼ ਰੀਅਲੀ ਸਰਪ੍ਰਾਈਜ਼ਿੰਗ ਟੂ ਐਵਰੀਬਾਡੀ। ਪਰ ਤੁਸੀਂ ਅੱਜ ਉਹਨੂੰ ਅੱਛੇ ਸ਼ਬਦਾਂ 'ਚ ਕਲੀਅਰ ਕਰ ਦਿੱਤਾ। ਇਸ ਵੇਲੇ ਹਜ਼ਾਰਾਂ ਲੋਕ ਤੁਹਾਨੂੰ ਸੁਣ ਵੀ ਰਹੇ ਆ ਤੇ ਤੁਹਾਨੂੰ ਵਾਚ ਵੀ ਕਰ ਰਹੇ ਆ, ਕਿਉਂਕਿ ਮੈਂ ਕੱਲ ਰਾਤ ਨੂੰ ਮੈਸੇਜ ਭੇਜ ਦਿੱਤਾ ਸੀ ਕਿ ਤੁਸੀਂ ਕੁਐਸਚਨ ਜਿਹੜੇ ਕਰ ਰਹੇ ਹੋ, ਪੁੱਛ ਰਹੇ ਹੋ, ਵੇਟ ਕਰਨਾ ਇਸ ਇੰਟਰਵਿਊ ਨੂੰ ਸੁਣਨਾ। ਤਾਂ ਆਮ ਸ਼ੋਰ ਕਿ ਜਿਹੜੇ ਵੀ ਲੋਕ ਇਸ ਵੇਲੇ ਤੁਹਾਨੂੰ ਸੁਣ ਰਹੇ ਆ, ਦੂਰ ਦੂਰ ਤੱਕ ਤੁਹਾਡਾ ਮੈਸੇਜ ਜਾ ਰਿਹਾ ਹੈ, ਤੇ ਉਹ ਸਭ ਨੂੰ ਜੋ ਉਹਨਾਂ ਦੇ ਮਨ 'ਚ ਕੁਐਸਚਨ ਸੀਗੇ ਉਹਨਾਂ ਨੂੰ ਇਨਫੋਰਮੇਸ਼ਨ, ਉਹਦੀ ਜਾਣਕਾਰੀ ਮਿਲ ਗਈ ਹੈ। ਲਾਸਟ ਦੇ ਵਿੱਚ ਕੁਝ ਐਡ ਕਰਨਾ ਚਾਹੋ, ਕਿਉਂਕਿ ਸਵਾਲ ਤੇ ਮੇਰੇ ਕੋਲ ਬਹੁਤ ਜ਼ਿਆਦਾ ਨੇ, ਮੈਂ ਤੁਹਾਡਾ ਹੁਣ ਹੋਰ ਸਮਾਂ ਨਹੀਂ ਲੈਣਾ ਚਾਹਾਂਗਾ। ਕੋਈ ਤੁਸੀਂ ਸੋਚ ਕੇ ਕੋਈ ਪਲਾਨ ਕੀਤਾ ਹੈ, ਕੋਈ ਕਾਰਪੋਰੇਟ ਸੈਕਟਰ 'ਚ ਜਾ ਰਹੇ ਹੋ, ਕਿਸ ਤਰ੍ਹਾਂ ਇੱਥੇ ਰਹੋਗੇ? ਟੋਰਾਂਟੋ ਦੇ ਵਿੱਚ ਹੀ ਸੈਟਲ ਹੋ ਤੁਸੀਂ? ਸਾਡਾ ਸਾਰਾ ਪਰਿਵਾਰ, ਰਿਸ਼ਤੇਦਾਰੀ, ਦੋਸਤ ਮਿੱਤਰ ਇੱਥੇ ਹੀ ਨੇ। ਆਈ ਹੋਪ ਕਿ ਤੁਸੀਂ ਟੋਰਾਂਟੋ ਨੂੰ ਹੀ ਚੁਣੋਗੇ ਰਹਿਣ ਲਈ, ਹੁਣ ਅੱਗੇ ਕੰਟੀਨਿਊ ਕਰਨ ਲਈ। ਬਿਲਕੁਲ ਜੀ, ਮੈਂ ਮਿਸਿਸਾਗਾ 'ਚ ਹੀ ਰਹੂੰਗਾ ਜੀ। ਇੱਥੇ ਆਪਣੇ ਮੇਰੇ ਬੇਟੀਆਂ ਪੜ੍ਹ ਰਹੀਆਂ ਆ, ਇੱਥੇ ਮੇਰੇ ਪਰਿਵਾਰ ਦੇ ਜੀ ਰਹਿੰਦੇ, ਇੱਥੇ ਮੇਰੇ ਦੋਸਤ ਮਿੱਤਰ ਆ। ਇਸ ਇਲਾਕੇ ਨੂੰ ਮੈਂ ਰੈਪਰੈਜ਼ੈਂਟ ਕੀਤਾ ਆ, ਤਾਂ ਆਉਣ ਵਾਲੇ ਸਮੇਂ 'ਚ ਵੀ ਲੋਕਲੀ ਵੀ ਜਿੱਥੇ ਮੈਨੂੰ ਮੌਕਾ ਮਿਲਦਾ ਟੂ ਸਰਵ ਦ ਕਮਿਊਨਿਟੀ, ਕਿ ਜੋ ਕੋਈ ਫੂਡ ਬੈਂਕ ਹੋਵੇ ਜਾਂ ਕੋਈ ਸੋਸ਼ਲ ਆਰਗੇਨਾਈਜੇਸ਼ਨ ਹੋਵੇ, ਜਿੱਥੇ ਵੀ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਮੈਂ ਕਰੂੰਗਾ ਜੀ। ਦਿਸ ਇਜ਼ ਅ ਬਿਊਟੀਫੁਲ ਕੰਟਰੀ। ਤੁਸੀਂ ਹੁਣ ਦੇਖਿਆ ਦੁਨੀਆ 'ਚ ਕੀ ਹੋ ਰਿਹਾ, ਅਸੀਂ ਭਾਗਾਂ ਵਾਲੇ ਆ ਕਿ ਇੰਨੇ ਵਧੀਆ ਮੁਲਕ 'ਚ ਰਹਿੰਦੇ ਆ। ਸੋ ਠੀਕ ਹੈ, ਮੈਂ ਅਫੀਸ਼ੀਅਲੀ MP ਰਹੂੰਗਾ until the next election। ਉਸ ਤੋਂ ਬਾਅਦ I'm a proud Canadian and I'll continue to serve locally in any capacity that I can। ਲਾਸਟ ਕੁਐਸਚਨ ਨਵਦੀਪ, ਬੇਟੀਆਂ ਪੜ੍ਹ ਲਿਖ ਜਾਣਗੀਆਂ, ਯੂਨੀਵਰਸਿਟੀਆਂ ਚਲੇ ਜਾਣਗੀਆਂ, ਕੰਸੀਡਰ ਕਰੋਗੇ, ਰੀਕੰਸੀਡਰ ਕਰੋਗੇ ਮੁੜ ਕੇ ਪੋਲਿਟਿਕਸ 'ਚ ਆਉਣਾ? ਇਹ ਤਾਂ ਹੁਣ ਸਮਾਂ ਦੱਸੇਗਾ ਵੀਰ ਜੀ, ਅਗਲੇ ਸਵਾਲ ਤਾਂ ਨਹੀਂ ਬੰਦੇ ਨੂੰ ਪਤਾ। ਸੋ ਮੈਂ ਸੱਚਾਈ ਕਹਿਣਾ ਚਾਹੁੰਦਾ ਕਿ ਰਾਈਟ ਨਾਓ ਮੇਰਾ ਫੋਕਸ ਬੱਚਿਆਂ ਤੇ ਆ, ਐਂਡ ਸਮੇਂ ਦੇ ਨਾਲ ਦੇਖੂੰਗੇ ਕੀ ਹੋ ਰਿਹਾ। ਬਟ ਰਾਈਟ ਨਾਓ ਆਮ ਜਸਟ ਹੈਪੀ ਕਿ ਮੈਨੂੰ ਇਹ ਮੌਕਾ ਮਿਲਿਆ 17 ਸਾਲ ਲੋਕਾਂ ਦੀ ਸੇਵਾ ਕਰਨ ਦੇ, ਐਂਡ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹੈ ਕਿ ਹੁਣ ਮੈਨੂੰ ਬੱਚਿਆਂ ਦੇ ਨਾਲ ਟਾਈਮ ਮਿਲੂਗਾ। ਸੋ ਮੇਰਾ ਫੋਕਸ ਬੱਚਿਆਂ ਤੇ ਹੋਣਾ ਜੀ। ਬਹੁਤ ਬਹੁਤ ਸ਼ੁਕਰੀਆ ਨਵਦੀਪ, ਬਹੁਤ ਹੀ ਸ਼ੁਕਰੀਆ। ਜਾਣ ਤੋਂ ਪਹਿਲਾਂ ਕੋਈ ਲਾਸਟ ਮੈਸੇਜ ਦੇਣਾ ਚਾਹੋ ਸਾਡੀ ਕਮਿਊਨਿਟੀ ਨੂੰ, ਜਿਹੜੇ ਲਿਸਨਰ ਸੁਣ ਰਹੇ ਪ੍ਰੋਗਰਾਮ ਨੂੰ ਇਸ ਵੇਲੇ, ਜਿਹੜੇ ਬੱਚੇ ਤੁਹਾਨੂੰ ਐਜ਼ ਰੋਲ ਮਾਡਲ ਦੇਖਦੇ ਰਹੇ ਆ, ਤੁਹਾਡੇ ਵਰਗੇ ਹੋਰ ਜਿੰਨੇ ਪੋਲੀਟੀਸ਼ੀਅਨ ਨੂੰ ਰੋਲ ਮਾਡਲ ਦੇਖਦੇ ਆ, ਜਿਹੜੇ ਬੱਚੇ ਪੋਲਿਟਿਕਸ 'ਚ ਆਉਣਾ ਚਾਹੁੰਦੇ ਆ, ਤੁਹਾਡੇ ਵਾਂਗ ਉਹ ਵੀ ਗਰੋ ਕਰਨਾ ਚਾਹੁੰਦੇ ਆ, ਕਿਸੇ ਨਾ ਕਿਸੇ ਅਹੁਦਿਆਂ ਤੇ ਪਹੁੰਚਣਾ ਚਾਹੁੰਦੇ ਆ, ਉਹਨਾਂ ਲਈ ਕੋਈ ਮੈਸੇਜ ਤੁਹਾਡਾ? ਬਿਲਕੁਲ ਜੀ, ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਂ 26 ਸਾਲਾਂ ਦਾ ਸੀ ਜਦੋਂ ਮੈਂ ਮਨ ਬਣਾਇਆ ਕਿ ਆਈ ਵਾਂਟ ਟੂ ਗੈਟ ਇਨਵੋਲਵਡ ਇਨ ਪੋਲਿਟਿਕਸ। ਮੈਂ ਇਹੀ ਆਪਣੇ ਲਿਸਨਰਸ ਨੂੰ ਕਹਿਣਾ ਚਾਹੁੰਦਾ, ਸਪੈਸ਼ਲੀ ਯੰਗ ਪੀਪਲ, ਗੈਟ ਇਨਵੋਲਵ। ਅਸੀਂ ਦੇਖਿਆ ਦੁਨੀਆ ਦੇ ਵਿੱਚ, ਡੈਮੋਕ੍ਰੇਸੀ ਦੇ ਵਿੱਚ ਕਿੰਨੀਆਂ ਚੈਲੰਜਸ ਆਉਂਦੀਆਂ ਆ। ਸਾਡਾ ਫਰਜ਼ ਬਣਦਾ ਆ ਨਾਟ ਓਨਲੀ ਟੂ ਡੂ ਵੈਲ ਪਰਸਨਲੀ ਬਟ ਟੂ ਡੂ ਵੈਲ ਕਲੈਕਟਿਵਲੀ, ਐਂਡ ਆਪਣੇ ਗੁਆਂਢੀ ਦਾ, ਆਪਣੇ ਨੇਬਰਹੁੱਡ ਦਾ, ਆਪਣੇ ਓਵਰਆਲ ਕਮਿਊਨਿਟੀ ਦਾ ਸੋਚਣਾ ਚਾਹੀਦਾ ਆ। ਐਂਡ ਆਈ ਹੈਵ ਸੋ ਮਚ ਕੌਨਫੀਡੈਂਸ। ਮੈਂ ਪਿਛਲੇ 17 ਸਾਲਾਂ ਦੇ ਵਿੱਚ ਕਾਫੀ ਲੋਕਾਂ ਨੂੰ ਮਿਲਿਆ, ਮੈਟ ਵਿਦ ਸੋ ਮੈਨੀ ਯੰਗ ਪੀਪਲ ਹੂ ਆਰ ਸੋ ਸਮਾਰਟ, ਸੋ ਟੈਲੈਂਟਡ, ਸੋ ਗਿਫਟਡ, ਐਂਡ ਆਈ ਐਮ ਵੈਰੀ ਐਕਸਾਈਟਡ ਸੈਣੀ ਸਾਹਿਬ ਕਿ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ 'ਚ ਕਿੰਨੀ ਕੈਪੇਬਿਲਿਟੀ ਆ। And ਮੈਂ ਉਹਨਾਂ ਨੂੰ encourage ਕਰਦਾ to get involved in the community, to get involved in politics, to make a difference, a positive difference। ਨਵਦੀਪ, ਇਸ ਵੇਲੇ ਬੜਾ ਅਨਪ੍ਰੈਸੀਡੈਂਟ ਟਾਈਮ ਹੈ, ਬਹੁਤ ਔਖੇ ਹਾਲਾਤਾਂ 'ਚੋਂ ਸਾਡਾ ਮੁਲਕ ਲੰਘ ਰਿਹਾ ਹੈ। ਸਾਡੇ ਇੱਥੇ ਐਮਰਜੈਂਸੀ ਫਿਰ ਤੋਂ ਨਾਫਿਜ਼ ਕਰ ਦਿੱਤੀ ਗਈ ਹੈ, ਸਾਡੇ ਪ੍ਰੋਵਿੰਸ ਅੱਜ ਰਾਤ ਤੋਂ ਲਾਗੂ ਹੋ ਜਾਣੀ ਹੈ। ਬਹੁਤ ਚੰਗਾ ਹੁੰਦਾ ਤੁਸੀਂ ਆਪਣੇ ਇਸ ਤਜਰਬੇ ਦੇ ਨਾਲ, ਸਰਕਾਰ ਦੇ ਨਾਲ ਜੁੜ ਕੇ ਬਹੁਤ ਸਾਰੀ ਅਜੇ ਹੋਰ ਸੇਵਾ ਕਰਦੇ, ਔਰ ਇਸ ਔਖੇ ਸਮੇਂ 'ਚੋਂ ਅਸੀਂ ਇਕੱਠੇ ਲੰਘ ਪਾਉਂਦੇ। ਪਰ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਤੁਹਾਡਾ ਇਹ ਫੈਸਲਾ ਹੈ, ਬਹੁਤ ਸੋਚ ਸਮਝ ਕੇ ਲਿਆ ਗਿਆ ਫੈਸਲਾ ਹੈ, ਕੋਈ ਜਲਦਬਾਜ਼ੀ 'ਚ ਲਿਆ ਗਿਆ ਫੈਸਲਾ ਨਹੀਂ ਹੈ। ਤੁਹਾਡਾ ਫੈਸਲਾ ਸਿਰ ਮੱਥੇ ਪ੍ਰਵਾਨ ਕਰਦੇ ਹਾਂ, ਔਰ ਤੁਹਾਡੇ ਪਰਿਵਾਰ ਲਈ, ਤੁਹਾਡੀ ਚੰਗੀ ਸਿਹਤ ਲਈ, ਤੁਹਾਡੀ ਬੱਚੀਆਂ ਦੇ ਉਸ ਅੱਛੇ ਭਵਿੱਖ ਦੇ ਲਈ ਜਿਨ੍ਹਾਂ ਵਾਸਤੇ ਤੁਸੀਂ ਐਡਾ ਵੱਡਾ ਸੈਕਰੀਫਾਈਸ ਕੀਤਾ ਹੈ। ਪੋਲਿਟਿਕਸ ਦੇ ਵਿੱਚ ਕੋਈ ਛੋਟਾ ਕੰਮ ਨਹੀਂ ਹੁੰਦਾ। ਕਿਸੇ ਪੋਲੀਟੀਸ਼ੀਅਨ ਨੂੰ ਇੰਨੀ ਵਾਹਵਾਹੀ ਮਿਲ ਰਹੀ ਹੋਵੇ, ਇੰਨੀ ਪਪੂਲੈਰਿਟੀ ਮਿਲ ਰਹੀ ਹੋਵੇ, ਇੰਨੀ ਸਕਸੈਸ, ਪਾਵਰ, ਸਭ ਕੁਝ ਮਿਲ ਰਿਹਾ ਹੋਵੇ, ਲੇਕਿਨ ਆਪਣੇ ਬੱਚਿਆਂ ਵਾਸਤੇ, ਆਪਣੇ ਪਰਿਵਾਰ ਵਾਸਤੇ ਅਗਰ ਕੋਈ ਸੈਕਰੀਫਾਈਸ ਕਰੇ, ਆਈ ਡੋਂਟ ਥਿੰਕ ਇਹ ਛੋਟਾ ਸੈਕਰੀਫਾਈਸ ਹੈ, ਪਰ ਤੁਸੀਂ ਕਰ ਦਿੱਤਾ ਤੇ ਤੁਹਾਨੂੰ ਇਹਦੇ ਲਈ ਸ਼ੁਭ ਕਾਮਨਾਵਾਂ ਦੇਣਾ ਚਾਹੁੰਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ, ਥੈਂਕ ਯੂ ਸੋ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਇਹ ਸਨ ਨਵਦੀਪ ਬੈਂਸ, ਫਾਰਮਰ ਮਿਨਿਸਟਰ ਆਫ ਇਨੋਵੇਸ਼ਨ, ਸਾਇੰਸ ਐਂਡ ਇੰਡਸਟਰੀ। तो बहुत पावरफुल, बड़ी ਵੱਡੀ ਪੋਜੀਸ਼ਨ ਤੇ ਸਨ, ਲੇਕਿਨ ਬੇਟੀ ਨਾਨਕੀ ਤੇ ਕਿਰਪਾ, ਉਹ ਕਹਿੰਦੇ ਜੀ ਕਿ ਉਹਨਾਂ ਨੂੰ ਦੇਖਦਿਆਂ ਹੋਇਆਂ ਮੈਂ ਫੈਸਲਾ ਲਿਆ ਹੈ ਕਿ ਮੈਂ ਰਾਜਨੀਤੀ ਤੋਂ ਹੁਣ ਰੁਖਸਤ ਹੋ ਰਿਹਾ।
ਲੇਕਿਨ ਫਿਲਹਾਲ MP ਬਣੇ ਰਹਿਣਗੇ ਉਹ ਮਿਸਾਗਾ ਮਾਲਟਨ ਦੇ ਅਗਲੇ ਇਲੈਕਸ਼ਨ ਤੱਕ। ਅਗਲੇ ਇਲੈਕਸ਼ਨ ਹੁਣ ਕਦੋਂ ਹੁੰਦੇ ਆ? ਸਪਰਿੰਗ 'ਚ ਹੁੰਦੇ ਆ, ਅਗਲੀ ਫਾਲ 'ਚ ਹੁੰਦੇ ਆ, ਤੇ ਸਮਾਂ ਦੱਸੇਗਾ। ਲੇਕਿਨ ਜਦ ਤੱਕ ਵੀ ਹੈ ਤਦ ਤੱਕ ਐਜ਼ ਮੈਂਬਰ ਪਾਰਲੀਮੈਂਟ ਉਹ ਕੰਮ ਕਰਦੇ ਰਹਿਣਗੇ।